ਜਿਹੜੇ 40 ਮੁਕਤੇ ਨੇ, ਜਿਹੜੇ ਮੁਕਤਸਰ ਸਾਹਿਬ ਨੇ ਜਿੱਥੇ ਜਿਨ੍ਹਾਂ ਨੇ ਮੁਕਤੀ ਪਾਈ ਜੀ, ਉਹਨਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ, ਲੇਕਿਨ ਇੱਕ 40 ਮੁਕਤੇ ਚਮਕੌਰ ਸਾਹਿਬ ਦੇ ਵੀ ਨੇ। ਸਤਿ ਸ੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ। ਦੋਸਤੋ, ਸਮੇਂ-ਸਮੇਂ ਤੇ ਮਹਾਨ ਸ਼ਖਸੀਅਤਾਂ ਦੇ ਤੁਹਾਨੂੰ ਰੂਬਰੂ ਕਰਵਾਈਦਾ ਹੈ ਤੇ ਅੱਜ ਜਿਸ ਮਹਾਨ ਸ਼ਖਸੀਅਤ ਦੇ ਅਸੀਂ ਗ੍ਰਹਿ ਵਿਖੇ ਪਹੁੰਚੇ ਹਾਂ, ਕੌਮ ਨੂੰ ਇੱਕ ਬਹੁਤ ਵੱਡੀ ਦੇਣ ਹੈ ਉਹਨਾਂ ਦੀ। ਮੈਂ ਇੱਕ ਗੱਲ ਸਾਂਝੀ ਕਰਕੇ ਅੱਗੇ ਆਪਾਂ ਵਧਦੇ ਹਾਂ। ਕਾਬਲ ਦੀ ਧਰਤੀ ਦੇ ਉੱਪਰ ਇੱਕ ਬਹੁਤ ਵੱਡੀ ਕਾਨਫਰੰਸ ਕਰਵਾਈ ਜਾਂਦੀ ਹੈ, ਜਿੱਥੇ ਹਿੰਦੂ ਬੁਲਾਰੇ ਵੀ ਪਹੁੰਚਦੇ ਨੇ, ਅਫਗਾਨਿਸਤਾਨ ਦੇ ਬੁਲਾਰੇ ਵੀ ਪਹੁੰਚਦੇ ਨੇ ਤੇ ਸਿੱਖਾਂ ਦੇ ਵੱਲੋਂ ਇਸ ਮਹਾਨ ਸ਼ਖਸੀਅਤ ਨੂੰ ਉੱਥੇ ਬੁਲਾਇਆ ਜਾਂਦਾ ਹੈ। ਬੁਲਾਰੇ ਨੇ ਸਟੇਜ ਤੇ ਬੁਲਾ ਕੇ ਜਦੋਂ ਸਨਮਾਨ ਕਰਨਾ ਸੀ ਤੇ ਸਨਮਾਨ ਦੇ ਵਿੱਚ ਇਸ ਮਹਾਨ ਸ਼ਖਸ ਨੂੰ ਕਿਰਪਾਨ ਦੇਣੀ ਸੀ, ਤਾਂ ਮਾਈਕ ਤੇ ਬੋਲਦਿਆਂ ਹੋਇਆਂ ਸਭ ਤੋਂ ਪਹਿਲਾਂ ਇੱਕ ਗੱਲ ਕਹੀ। ਕਹਿੰਦਾ, ਕੋਈ ਕਿਰਪਾਨ ਦਾ ਧਨੀ ਹੁੰਦਾ ਹੈ ਤੇ ਕੋਈ ਕਲਮ ਦਾ ਧਨੀ ਹੁੰਦਾ ਹੈ। ਬਹੁਤ ਘੱਟ ਹੁੰਦੇ ਹਨ ਜਿਹੜੇ ਕਲਮ ਤੇ ਕਿਰਪਾਨ ਦੇ ਦੋਹਾਂ ਪੱਖਾਂ ਨੂੰ ਨਾਲ ਲੈ ਕੇ ਚੱਲਦੇ ਹਨ। ਜੇ ਤੇ ਇਕੱਲੀ ਕਿਰਪਾਨ ਹੋਵੇਗੀ ਤਾਂ ਕਈ ਵਾਰ ਜਿਹੜੇ ਰਾਜਨੀਤਿਕ ਲੋਕ ਨੇ ਉਹ ਕਿਰਪਾਨ ਨੂੰ ਆਪਣੇ ਤੌਰ ਤੇ ਵਰਤ ਲੈਂਦੇ ਨੇ ਤੇ ਕਈ ਵਾਰ ਜਿਹੜੀ ਕਿਰਪਾਨ ਹੈ ਉਹ ਤਲਵਾਰ ਦਾ ਰੂਪ ਧਾਰਨ ਕਰਕੇ ਲੋਕਾਂ ਦੇ ਉੱਪਰ ਜ਼ੁਲਮ ਵੀ ਕਰ ਦਿੰਦੀ ਹੈ। ਤੇ ਜੇ ਕਈ ਵਾਰ ਕਈ ਕਲਮ ਦਾ ਧਨੀ ਹੋਏਗਾ, ਕਈ ਵਾਰ ਸਿਆਸੀ ਲੋਕ ਕਲਮ ਨੂੰ ਆਪਣੇ ਤੌਰ ਦੇ ਉੱਪਰ ਵਰਤ ਲਿਆ ਕਰਦੇ ਹਨ। ਪਰ ਜਿਸ ਮਹਾਨ ਸ਼ਖਸ ਨੂੰ ਅਸੀਂ ਬੁਲਾਉਣਾ ਚਾਹੁੰਦੇ ਹਾਂ ਅੱਜ ਸਟੇਜ ਦੇ ਉੱਪਰ, ਉਹਨਾਂ ਦਾ ਨਾਮ ਹੈ ਭਾਈ ਕਾਹਨ ਸਿੰਘ ਜੀ ਨਾਭਾ, ਜਿਹੜੇ ਕਿਰਪਾਨ ਦੇ ਵੀ ਧਨੀ ਨੇ ਤੇ ਜਿਹੜੇ ਨਾਲ ਦੀ ਨਾਲ ਕਲਮ ਦੇ ਵੀ ਧਨੀ ਨੇ। ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਤੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਜੀ। ਐਸਾ ਭਾਈ ਸਰਦਾਰ ਮੇਜਰ ਆਦਰਸ਼ਪਾਲ ਸਿੰਘ ਜੀ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਸਤਿ ਸ੍ਰੀ ਅਕਾਲ ਜੀ। ਵੀਰ ਜੀ, ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡਾ ਸੁਰਖਾਬ ਟੀਵੀ ਤੇ ਸਵਾਗਤ ਕਰਦੇ ਹਾਂ ਤੇ ਨਾਲ ਹੀ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਾਂ ਵੀ ਭਾਈ ਕਾਹਨ ਸਿੰਘ ਨਾਭਾ ਜੀ ਦੇ ਬਚਪਨ ਦੇ ਬਾਰੇ। ਉਹਨਾਂ ਦਾ ਬਚਪਨ ਕਿੱਦਾਂ ਦਾ ਸੀ, ਉਹਨਾਂ ਦੀ ਪੜ੍ਹਾਈ ਕਿੱਦਾਂ ਜਿਹੜੀ ਸੀਗੀ, ਉਹ ਕਿੱਥੋਂ ਉਹ ਪੜ੍ਹੇ, ਇਹ ਸਾਰਾ ਕੁਝ। ਭਾਈ ਸਾਹਿਬ ਦਾ ਜਿਹੜਾ ਜਨਮ ਹੈ ਜੀ, ਉਹ 1861 'ਚ ਪਿੰਡ ਸਬਜ਼ ਬਨੇਰੇ 'ਚ ਹੋਇਆ ਜੀ, ਜੋ ਕਿ ਉਦੋਂ ਪਟਿਆਲਾ ਰਿਆਸਤ ਦਾ ਇੱਕ ਹਿੱਸਾ ਸੀ ਜੀ। ਤੇ ਜਿੱਥੇ ਤਾਈਂ ਉਹਨਾਂ ਦਾ ਪੜ੍ਹਾਈ ਲਿਖਾਈ ਦਾ ਸਵਾਲ ਹੈ, ਉਹ ਕਿਸੇ ਸਕੂਲ ਜਾਂ ਕਿਸੇ ਕਾਲਜ ਵਿੱਚ ਜਾ ਕੇ ਉਹਨਾਂ ਨੇ ਸਿੱਖਿਆ ਪ੍ਰਾਪਤ ਨਹੀਂ ਕੀਤੀ ਜੀ। ਉਹਨਾਂ ਨੇ ਜਿਹੜੀ ਸਾਰੀ ਪੜ੍ਹਾਈ ਕੀਤੀ, ਉਹਨਾਂ ਦੇ ਜਿਹੜੇ ਪਿਤਾ ਜੀ ਸੀ ਭਾਈ ਨਰੈਣ ਸਿੰਘ ਜੀ, ਉਹਨਾਂ ਤੋਂ ਕੀਤੀ ਜੀ। ਥੋੜ੍ਹੇ ਜਿਹੇ ਉਮਰ 'ਚ ਵੱਡੇ ਹੋਣ ਤੋਂ ਬਾਅਦ ਜੀ ਪੰਡਤਾਂ ਤੋਂ, ਮੌਲਵੀਆਂ ਤੋਂ ਜੀ, ਸੋ ਇਹਨਾਂ ਲੋਕਾਂ ਤੋਂ ਉਹਨਾਂ ਨੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਜੀ। ਤੇ ਔਰ ਮੈਂ ਸਮਝਦਾ ਕਿ ਜੋ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਹੈ ਜੀ ਆਪਣੀ ਜ਼ਿੰਦਗੀ 'ਚ ਜੀ, ਉਹ ਉਹਨਾਂ ਦੀ ਮਿਹਨਤ ਸੀ, ਇਸ ਪਾਸੇ ਲਗਨ ਸੀ ਉਹਨਾਂ ਦੀ। ਔਰ ਇਹ ਸਾਰੇ ਕੁਝ ਤੋਂ ਉੱਤੇ ਮੇਰੇ ਖਿਆਲ ਸ਼ਾਇਦ ਬੜੀ ਕਿਰਪਾ ਸੀ ਪਰਮਾਤਮਾ ਦੀ ਜੀ ਕਿ ਉਹ ਇੰਨਾ ਕੁਝ ਆਪਣੀ ਜ਼ਿੰਦਗੀ 'ਚ ਪ੍ਰਾਪਤ ਕਰ ਸਕੇ। ਤੇ ਤੁਸੀਂ ਕਿਹਾ ਵੀ ਮੌਲਵੀਆਂ ਦੇ ਕੋਲੇ ਪੜ੍ਹਦੇ ਰਹੇ, ਪੰਡਤਾਂ ਦੇ ਕੋਲੇ ਉਹਨਾਂ ਦੀ ਪੜ੍ਹਾਈ ਹੋਈ, ਤੇ ਇੱਕ ਨਾਭੇ ਰਿਆਸਤ ਦੇ ਵਿੱਚ ਹਾਈ ਕੋਰਟ ਦਾ ਜੱਜ ਬਣ ਜਾਣਾ, ਇਹ ਬਹੁਤ ਵੱਡੀ ਪ੍ਰਾਪਤੀ ਨਹੀਂ ਸੀ? ਹਾਂਜੀ, ਬਿਲਕੁਲ। ਮਤਲਬ ਜਿਹੜੇ ਇਨਸਾਨ ਨੂੰ ਕੋਈ ਫਾਰਮਲ ਐਜੂਕੇਸ਼ਨ ਨਾ ਆਈ ਵੀ ਹੋਵੇ ਜੀ, ਤੇ ਉਹ ਜਾ ਕੇ ਇੱਕ ਕਾਨੂੰਨ ਦੇ ਪਾਸੇ, ਲਾਅ ਦੇ ਪਾਸੇ ਵੀ ਜੀ ਆਪਣੀ ਕਾਬਲੀਅਤ ਦਿਖਾਵੇ ਜੀ, ਬਹੁਤ ਵੱਡੀ ਗੱਲ ਹੈ ਜੀ। ਕਿਉਂਕਿ ਇਹ ਸਿਰਫ ਇਹੀ ਨਹੀਂ, ਉਹਨਾਂ ਨੇ ਜਾ ਕੇ ਜਿਹੜਾ ਨਾਭਾ ਰਿਆਸਤ ਦਾ ਇੱਕ ਹਿੱਸਾ ਸੀ ਜੀ, ਜਿਹੜਾ ਕਿ ਅੰਗਰੇਜ਼ਾਂ ਨੇ ਦਬ ਲਿਆ ਸੀ, ਜਿਹੜੇ ਐਂਗਲੋ ਸਿੱਖ ਵਾਰਜ਼ ਹੋਏ ਸੀਗੇ 1886 'ਚ, 46 'ਚ, 47, 48, 39 ਜੀ, ਉਹਦੇ ਵਿੱਚ ਉਹਨਾਂ ਨੇ ਤਕਰੀਬਨ 1/3 ਹਿੱਸਾ ਦਬ ਲਿਆ ਸੀ ਨਾਭਾ ਰਿਆਸਤ ਦਾ ਜੀ, ਜਿਹੜਾ ਉਹ ਜਾ ਕੇ ਕੇਸ ਲੜੇ ਜੀ। ਔਰ ਅਲਟੀਮੇਟਲੀ ਉਹ ਕੇਸ ਅੰਗਰੇਜ਼ਾਂ ਦੇ ਖਿਲਾਫ, ਔਰ ਉਹ ਕੇਸ ਜਿੱਤੇ ਜੀ ਜੀ। ਅਖੀਰ 'ਚ ਉਹ ਇਲਾਕਾ ਤਾਂ ਨਾਭੇ ਨੂੰ ਨਾ ਮਿਲ ਸਕਿਆ, ਜੋ ਵੀ ਵਜ੍ਹਾ ਸੀਗੀਆਂ ਜੀ ਜੀ, ਲੇਕਿਨ ਉਹਦਾ ਫਿਰ ਜੋ ਮੁਆਵਜ਼ਾ ਸੀ ਜੀ, ਉਹ ਨਾਭਾ ਰਿਆਸਤ ਨੂੰ ਮਿਲਣਾ ਸ਼ੁਰੂ ਹੋ ਗਿਆ ਸੀ ਜੀ ਜੀ। ਕੰਪਨਸੇਸ਼ਨ ਜੋ ਵੀ ਸੀਗਾ ਐਨੂਅਲੀ
ਹਰ ਸਾਲ ਉਹਨਾਂ ਨੂੰ ਪੈਸੇ ਮਿਲਦੇ ਰਹੇ। ਬਹੁਤ ਵੱਡੀ ਪ੍ਰਾਪਤੀ ਸੀ ਇਹ ਇੱਕ। ਹਾਂ, ਮਤਲਬ ਵੀ ਐਵੇਂ ਕਹਿਣ ਦੇ ਉਹ ਜੱਜ ਨਹੀਂ ਸੀ, ਕਾਨੂੰਨ ਨੂੰ ਸਮਝਦੇ ਸੀ, ਵਕਾਲਤ ਵੀ ਕਰਦੇ ਸੀ ਇਸ ਲੈਵਲ ਤੇ ਜਾ ਕੇ। ਸੋ ਇਹ ਵੀ ਮੈਂ ਸਮਝਦਾ ਜੀ ਵੀ ਇਹ ਕੋਈ ਵਾਹਿਗੁਰੂ ਦੀ ਕਿਰਪਾ ਹੀ ਹੈ, ਵਰਨਾ ਇਹਨਾਂ ਚੀਜ਼ਾਂ ਦਾ ਬਹੁਤ ਮੁਸ਼ਕਿਲ ਹੈ। ਜੀ ਜੀ। ਤੇ ਇੱਕ ਉਹਨਾਂ ਦੇ ਪਿਤਾ ਜੀ ਦੇ ਬਾਰੇ ਜਿਹੜੀ ਹੈਗੀ ਆ ਉਹ ਸਾਹਮਣੇ ਆਉਂਦੀ ਹੈ ਸਿੱਖਿਆ ਵੀ ਉਹਨਾਂ ਦੇ ਪਿਤਾ ਜੀ ਨੇ ਇੱਕ ਬੈਠਕ ਦੇ ਵਿੱਚ, ਇੱਕ ਚੌਂਕੜੇ ਦੇ ਵਿੱਚ ਬੈਠ ਕੇ ਜਿਹੜਾ ਉਹ ਸਹਿਜ ਅਖੰਡ ਪਾਠ ਉਹ ਕੀਤਾ ਸੀਗਾ ਇੱਕ ਚੌਂਕੜੇ ਵਿੱਚ ਬੈਠ ਕੇ। ਤੇ ਉਹ ਸਾਰੀ ਜਿਹੜੀ ਹੈਗੀ ਹੈ ਘਟਨਾ ਉਹ ਕਿੱਦਾਂ ਵਾਪਰੀ ਸੀਗੀ ਜੀ? ਪਤਾ ਉਹ ਇਸ ਤਰ੍ਹਾਂ ਸੀ ਜੀ ਕਿ ਮਹਾਰਾਜਾ ਹੀਰਾ ਸਿੰਘ ਜੀ, ਉਹਨਾਂ ਨੇ ਉਹਨਾਂ ਨਾਲ ਜ਼ਿਕਰ ਕੀਤਾ ਕਿ ਕੋਈ ਐਸਾ ਇਨਸਾਨ ਹੈ ਜਿਹੜਾ ਇੱਕ ਚੌਂਕੜੇ ਵਿੱਚ, ਇੱਕ ਆਸਨ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕੇ। ਹਾਂਜੀ। ਤਾਂ ਬਾਬਾ ਨਰੈਣ ਸਿੰਘ ਦਾ ਜਵਾਬ ਅੱਗੇ ਇਹ ਸੀ ਕਿ ਜੀ ਕੋਈ ਐਸਾ ਇਨਸਾਨ ਹੈ ਜਿਹੜਾ ਉਹ ਪੂਰਾ ਬਹਿ ਕੇ ਉਹਨੂੰ ਸੁਣ ਸਕੇ ਜੀ। ਜਿਸ ਤੇ ਮਹਾਰਾਜ ਹੀਰਾ ਸਿੰਘ ਕਹਿੰਦੇ ਵੀ ਅਸੀਂ ਸੁਣਾਂਗੇ। ਜੀ ਜੀ ਜੀ। ਸੋ ਉਹਨਾਂ ਨੇ ਕਿਹਾ ਵੀ ਕੋਈ ਕਰ ਸਕੇ ਤੇ ਉਹਨਾਂ ਨੇ ਨਾਲ ਜਵਾਬ ਦਿੱਤਾ ਵੀ ਕੋਈ ਇਦਾਂ ਦਾ ਵੀ ਹੈ ਵੀ ਫਿਰ ਸੁਣਨ ਵਾਲਾ ਵੀ ਚਾਹੀਦਾ ਕੋਈ। ਸੋ ਫਿਰ ਉਹਨਾਂ ਨੇ ਇਹ ਕੀਤਾ ਪਾਠ ਜੀ, ਮਹਾਰਾਜ ਹੀਰਾ ਸਿੰਘ ਨੇ ਸੁਣਿਆ ਜੀ ਜੀ। ਔਰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਇਹ 3 ਵਾਰੀ ਕੀਤਾ ਹੈ। ਇਹਦੇ ਮਹਾਨ ਕੋਸ਼ ਵਿੱਚ ਜ਼ਿਕਰ ਵੀ ਹੈ ਇਸ ਦਾ ਜੀ ਜੀ। 3 ਵਾਰੀ ਉਹਨਾਂ ਨੇ ਇੱਕ ਆਸਨ 'ਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਕੀਤਾ ਹੈ ਜੀ ਜੀ। ਮਹਾਨ ਕੋਸ਼ ਦੀ ਆਪਾਂ ਗੱਲ ਕਰ ਰਹੇ ਹਾਂ। ਮਹਾਨ ਕੋਸ਼ ਦੇ ਬਾਰੇ ਤੁਸੀਂ ਕੀ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਵੀ ਮਹਾਨ ਕੋਸ਼ ਦੇ ਵਿੱਚ ਖਾਸ ਕੀ ਹੈ? ਕੋਈ ਇੱਕ ਅੱਧੀ ਗੱਲ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋਵੋ। ਮਹਾਨ ਕੋਸ਼ ਦਾ ਤਾਂ ਇਸ ਤਰ੍ਹਾਂ ਜੀ ਕਿ ਇਹ ਭਾਈ ਸਾਹਿਬ ਨੇ ਕੰਪਾਈਲ ਕਰਨਾ 1912 ਵਿੱਚ ਸ਼ੁਰੂ ਕੀਤਾ ਸੀ ਜੀ, ਔਰ ਇਸ ਨੂੰ 14 ਸਾਲ ਲੱਗੇ ਜਾ ਕੇ ਉਹਨਾਂ ਨੇ 1926 ਵਿੱਚ ਜੀ ਇਹ ਖਤਮ ਕੀਤਾ ਜੀ। ਉਦੋਂ ਫਿਰ ਸਵਾਲ ਇਹ ਉੱਠ ਖੜਿਆ ਵੀ ਇਸ ਨੂੰ ਛਾਪਿਆ ਕਿਵੇਂ ਜਾਵੇ, ਕਿਉਂਕਿ ਉਦੋਂ ਇਹਦੀ ਛਪਾਈ ਦਾ ਜਿਹੜਾ ਮੁੱਲ ਹੈ ਹਾਂਜੀ ਉਹ 50,000 ਰੁਪਇਆ ਸੀ, ਜਿਹੜੀ ਕਿ ਬਹੁਤ ਉਸ ਸਮੇਂ ਦੀ ਕਾਫੀ ਕੀਮਤ ਸੀਗੀ, ਬਹੁਤ ਵੱਡੀ ਰਕਮ ਸੀ ਜੀ ਜੀ ਜੀ। ਸੋ ਕਾਫੀ ਉਹਨਾਂ ਨੇ ਕੋਸ਼ਿਸ਼ ਕੀਤੀ, ਮਹਾਰਾਜਾ ਨਾਭਾ ਸਾਹਿਬ ਨੂੰ ਕਿਹਾ ਜੀ, ਉਹ ਕਹਿੰਦੇ ਅਸੀਂ ਛਾਪਾਂਗੇ, ਪਰ ਉਹਨਾਂ ਨੂੰ 1923 ਚ ਗੱਦੀ ਛੱਡਣੀ ਪਈ ਜੀ। ਮਹਾਰਾਜ ਫਰੀਦਕੋਟ ਨਾਲ ਉਹਨਾਂ ਨੇ ਗੱਲ ਕੀਤੀ ਵੀ ਸੀ, ਲੇਕਿਨ ਉਹਨਾਂ ਦੀ 1918 ਚ ਡੈਥ ਹੋ ਗਈ ਜੀ। ਮਤਲਬ ਇਹ ਛਾਪਣ ਤੋਂ ਬਾਅਦ ਨਹੀਂ, ਉਸ ਤੋਂ ਪਹਿਲਾਂ ਹੀ ਉਹ ਬੰਦੋਬਸਤ ਆਪਣਾ ਕਰ ਰਹੇ ਸੀ ਜੀ ਜੀ। ਸੋ ਇਹ ਕਈ ਕੁਛ ਕੀਤਾ, ਲੇਕਿਨ ਉਹ ਗੱਲ ਨਾ ਬਣੀ ਜੀ। ਫਿਰ ਉਹ ਮਹਾਰਾਜ ਭੁਪਿੰਦਰ ਸਿੰਘ ਜੀ ਜੀ ਪਟਿਆਲਾ ਪਤੀ, ਉਹਨਾਂ ਨੂੰ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਜੀ। ਤੇ ਮਹਾਰਾਜ ਭੁਪਿੰਦਰ ਸਿੰਘ ਜੀ ਨੇ ਕਿਹਾ ਵੀ ਜੇ ਤੁਸੀਂ ਕਿਸੇ ਤੋਂ ਕੋਈ ਐਡਵਾਂਸ ਪੈਸੇ ਲਏ ਹੋਏ ਨੇ ਜਾਂ ਕੋਈ ਹੋਰ ਐਸਾ ਬੰਦੋਬਸਤ ਕੀਤਾ ਹੋਇਆ ਜੀ, ਉਹ ਵਾਪਸ ਕਰ ਦਿਓ, ਇਹਨੂੰ ਅਸੀਂ ਛਾਪਾਂਗੇ ਜੀ ਜੀ ਜੀ। ਸੋ ਉਹ 'ਚ ਫਿਰ ਰਿਆਸਤ ਪਟਿਆਲਾ ਵੱਲੋਂ ਮਹਾਰਾਜ ਭੁਪਿੰਦਰ ਸਿੰਘ ਨੇ ਛਾਪਿਆ ਜੀ ਜੀ, ਜਿਹੜਾ ਕਿ ਅਪ੍ਰੈਲ ਵਿਸਾਖੀ ਵਾਲੇ ਦਿਨ 1930 ਵਿੱਚ ਜੀ ਇਹ ਇੱਕ ਤਰ੍ਹਾਂ ਦਾ ਜਿਵੇਂ ਅੱਜ ਆਪਾਂ ਕਹਿੰਦੇ ਆ ਵੀ ਮਹਾਨ ਕੋਸ਼ ਰਿਲੀਜ਼ ਕੀਤਾ ਗਿਆ ਜੀ ਜੀ। ਉਹਦੇ ਵਿੱਚ ਕੋਈ ਖਾਸ ਜ਼ਿਕਰ ਜਿਹੜਾ ਤੁਹਾਡੇ ਦਿਲ ਨੂੰ ਟੁੰਬਦਾ ਹੋਵੇ? ਵੈਸੇ ਤਾਂ ਸਾਰਾ ਹੀ ਮਹਾਨ ਕੋਸ਼ ਹੈ, ਖਾਸ ਹੈ, ਪਰ ਫਿਰ ਵੀ ਤੁਹਾਡੇ ਦਿਲ ਨੂੰ ਕੋਈ ਜਿਹੜੀ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ? ਕਈ ਵਾਰ ਦਰਸ਼ਕਾਂ ਨੂੰ ਉਹ ਗੱਲਾਂ ਦਾ ਨਹੀਂ ਪਤਾ ਹੁੰਦਾ ਵੀ ਉਹਦੇ ਵਿੱਚ ਖਾਸ ਚੀਜ਼ ਕੀ ਹੈ, ਜਿਹੜੇ ਦਰਸ਼ਕ ਦੇਖ ਕੇ ਕਹਿਣ ਵੀ ਵਾਕਈ ਵਾਹ ਕਮਾਲ ਹੈ ਮਹਾਨ ਕੋਸ਼। ਨਹੀਂ ਜੀ, ਹੈ ਤਾਂ ਸਾਰਾ ਕੁਛ ਹੈ, ਪਰ ਮੇਰੇ ਖਿਆਲ ਜੋ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਵੀ ਕੋਈ ਮੈਂ ਇਹ ਜੀ ਇੱਕ ਅੱਧੀ ਐਂਟਰੀ ਤੁਹਾਨੂੰ ਦੱਸਾਂ ਹਾਂਜੀ, ਜਿਹੜੀ ਦੇਖੋ ਜੀ ਹੁਣ ਇੱਕ ਐਂਟਰੀ ਜਿਹੜੀ ਹੋ ਸਕਦਾ ਬਹੁਤ ਲੋਕਾਂ ਨੂੰ ਨਹੀਂ ਪਤਾ ਜੀ, ਉਹ ਇਹ ਹੈ ਕਿ ਜਿਹੜੇ 40 ਮੁਕਤੇ ਨੇ ਹਾਂਜੀ, ਜਿਹੜੇ ਮੁਕਤਸਰ ਸਾਹਿਬ ਨੇ ਜਿੱਥੇ ਜਿਨ੍ਹਾਂ ਨੇ ਮੁਕਤੀ ਪਾਈ ਜੀ, ਉਹਨਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ ਜੀ। ਮਾਘੀ ਦਾ ਮੇਲਾ ਹੁੰਦਾ ਹੈ ਜੀ ਜੀ, ਲੱਖਾਂ ਸੰਗਤ ਉੱਥੇ ਇਕੱਠੀ ਹੁੰਦੀ ਹੈ ਜੀ ਜੀ, ਬਿਲਕੁਲ ਜੀ। ਲੇਕਿਨ ਇੱਕ 40 ਮੁਕਤੇ ਚਮਕੌਰ ਸਾਹਿਬ ਦੇ ਵੀ ਨੇ ਜੀ, ਜਿਹੜੇ ਕਿ ਚਮਕੌਰ ਦੀ ਜਦੋਂ ਲੜਾਈ ਹੋਈ ਸੀ, ਜਦੋਂ ਗੁਰੂ ਮਹਾਰਾਜ ਤੇ ਉਹਨਾਂ ਦੇ ਬੇਟੇ ਉੱਥੋਂ ਅਨੰਦਪੁਰ ਸਾਹਿਬ ਤੋਂ ਚੱਲੇ ਨੇ ਜੀ, ਉਹ ਚਮਕੌਰ ਸਾਹਿਬ ਦੇ ਯੁੱਧ ਵਿੱਚ ਵੀ 40 ਮੁਕਤੇ ਨੇ ਜੀ। ਔਰ ਇਹਨਾਂ ਦਾ ਨਾਂ ਭਾਈ ਸਾਹਿਬ ਨੇ ਮਹਾਨ ਕੋਸ਼ 'ਚ ਦਿੱਤਾ ਹੋਇਆ ਹੈ ਜੀ, ਬਹੁਤ ਵੱਡੀ ਗੱਲ ਹੈ। ਔਰ ਇਹ ਜਿਹੜੇ 40 ਮੁਕਤਿਆਂ ਦੇ ਨਾਂ ਨੇ ਜੀ,
ਇਹ ਭਾਈ ਸਾਹਿਬ ਨੇ ਜ਼ਫਰਨਾਮੇ ਚੋਂ ਲਏ ਨੇ। ਜੀ ਸੋ ਉਹਦੀ ਮਤਲਬ ਵੀ ਗੱਲ ਇਹ ਬਿਲਕੁਲ ਠੀਕ ਹੈ ਵੀ ਉੱਥੇ ਦੇ 40 ਮੁਕਤੇ ਸੀਗੇ, ਇਹ ਨਹੀਂ ਵੀ ਕਿਸੇ ਨੇ ਐਵੇਂ ਇੱਕ ਗੱਲ ਮਨੋਂ ਘੜੀ ਵੀ ਹੈ ਜੀ। ਹੋਰ ਬਹੁਤ ਐਂਟਰੀਜ਼ ਨੇ ਪਰ ਹੁਣ ਇੰਨਾ ਟਾਈਮ ਹੀ ਨਹੀਂ ਵੀ ਆਪਾਂ ਹੋਰ ਐਂਟਰੀਜ਼ ਨੂੰ ਵੀ। ਹਾਂਜੀ, ਵੈਸੇ ਤਾਂ ਸਾਰਾ ਮਹਾਨ ਕੋਸ਼ ਹੈ ਜਿਹੜਾ ਇੱਕ ਬੜਾ ਸਿੱਖਿਆ ਦਾ ਇੱਕ ਖਜ਼ਾਨਾ ਜਿਹੜਾ ਉਹਨਾਂ ਨੇ ਕੌਮ ਦੀ ਝੋਲੀ ਦੇ ਵਿੱਚ ਪਾਇਆ ਹੈਗਾ। ਹਾਂਜੀ। ਤੇ ਮਿਸਟਰ ਮੈਕਾਲਫ ਦੀ ਜੇ ਆਪਾਂ ਗੱਲ ਕਰੀਏ, ਉਹਨਾਂ ਦੇ ਨਾਲ ਇਹਨਾਂ ਦੇ ਕਿੱਦਾਂ ਸੰਬੰਧ ਸਨ? ਇਹ ਜੀ ਜਿਹੜੇ ਮਿਸਟਰ ਮੁਖਾਲਿਫ ਸੀਗੇ, ਇਹ ਇੱਕ ICS ਦੇ ਅਫਸਰ ਸੀ, ਜਿਵੇਂ ਅੱਜ ਕੱਲ੍ਹ IAS ਹੁੰਦੇ ਨੇ ਜੀ। ਉਦੋਂ ਇੰਡੀਅਨ ਸਿਵਲ ਸਰਵਿਸ ਹੁੰਦੀ ਸੀ, ਜਿਹੜੇ ਲੋਕ ਅੰਗਰੇਜ਼ ਹੀ ਹੁੰਦੇ ਸੀ ਸ਼ੁਰੂ ਵਿੱਚ ਤਾਂ। ਸੋ ਇਹ ICS ਅਫਸਰ ਸੀਗੇ ਜਿਨ੍ਹਾਂ ਦੀ ਬਦਲੀ ਹਿੰਦੁਸਤਾਨ 'ਚ ਹੋ ਗਈ ਜੀ। ਤੇ ਉਹਦੇ ਵਿੱਚ ਇੱਕ ਪਾਦਰੀ ਸੀਗੇ ਮਿਸਟਰ ਟਰੰਪ ਜੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਕੁਝ ਲਿਖਤਾਂ ਕੀਤੀਆਂ ਸੀ ਜਿਹੜੀਆਂ ਕਿ ਗਲਤ ਸੀ। ਜਾਂ ਤਾਂ ਟਰੰਪ ਸਾਹਿਬ ਨੂੰ ਇੰਨੀ ਨੌਲੇਜ ਨਹੀਂ ਸੀ ਜੀ, ਜਾਂ ਜਾਣਬੁੱਝ ਕੇ ਉਹਨਾਂ ਨੇ ਡਿਸਟੋਰਸ਼ਨ ਕੀਤੀ ਜੀ। ਲੇਕਿਨ ਉਹਦੇ ਵਿੱਚ ਗਲਤੀਆਂ ਬਹੁਤ ਸੀ ਤੇ ਸਿੱਖਾਂ ਨੂੰ ਇਸ ਗੱਲ ਦਾ, ਸਿੱਖ ਕੌਮ ਨੂੰ ਬਹੁਤ ਰੋਸ ਸੀ ਜੀ। ਸੋ ਮੁਖਾਲਿਫ ਸਾਹਿਬ ਜਦ ਆਏ, ਉਹਨਾਂ ਨੇ ਬੜੀ ਦਿਲਚਸਪੀ ਦਿਖਾਈ ਸਿੱਖ ਧਰਮ ਵਿੱਚ ਜੀ। ਤੇ ਉਹਨਾਂ ਨੂੰ ਫਿਰ ਸਿੱਖ ਕੌਮ ਦੇ ਜਿਹੜੇ ਆਗੂ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਜੀ ਤੁਸੀਂ ਇਹਦੇ ਬਾਰੇ ਲਿਖੋ ਤਾਂ ਕਿ ਇਹ ਜਿਹੜੀਆਂ ਗਲਤੀਆਂ ਹੋਈਆਂ ਵੀ ਹੈ ਇਹਨਾਂ ਦਾ ਸੁਧਾਰ ਕੀਤਾ ਜਾਵੇ ਜੀ ਜੀ, ਔਰ ਲੋਕਾਂ ਤੱਕ ਪਹੁੰਚਾਇਆ ਜਾਵੇ ਕਿ ਜੋ ਪਹਿਲਾਂ ਲਿਖਿਆ ਹੋਇਆ ਹੈ ਜੀ ਉਹ ਗਲਤ ਹੈ। ਹਾਂਜੀ, ਬਿਲਕੁਲ। ਉਸ ਤੋਂ ਬਾਅਦ ਫਿਰ ਉਹਨਾਂ ਨੇ ਖੋਜ ਸ਼ੁਰੂ ਕੀਤੀ ਤੇ ਪੁੱਛਿਆ ਵੀ ਇਹਦੇ ਵਿੱਚ ਲੋਕਾਂ ਨੂੰ, ਜਿਹੜੇ ਉਹਨਾਂ ਦੇ ਜਾਣੂ ਪਛਾਣੂ ਸੀ ਜੀ, ਵੀ ਕੌਣ ਐਸਾ ਵਿਦਵਾਨ ਹੈ ਜਿਹੜਾ ਮੈਨੂੰ ਇਹਦੇ ਵਿੱਚ ਮਦਦ ਕਰ ਸਕਦਾ ਹੈ ਜੀ। ਸੋ ਜਿਨ੍ਹਾਂ ਨਾਲ ਵੀ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਭਾਈ ਸਾਹਿਬ ਦਾ, ਭਾਈ ਕਾਹਨ ਸਿੰਘ ਜੀ ਦਾ ਨਾਮ ਲਿਆ ਜੀ ਵੀ ਜੀ ਉਹ ਤੁਹਾਨੂੰ ਇਸ ਤੇ ਗਾਈਡ ਕਰ ਸਕਦੇ ਨੇ। ਜੀ। ਸੋ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਤੇ ਉਹਨਾਂ ਨਾਲ ਤੁਸੀਂ ਇਸ ਚੀਜ਼ ਦੇ ਬਾਰੇ ਗੱਲਬਾਤ ਕਰੋ। ਜੀ ਜੀ। ਸੋ ਫਿਰ ਉਹਨਾਂ ਨੇ ਭਾਈ ਸਾਹਿਬ ਨੂੰ ਆ ਕੇ ਮਿਲੇ, ਉਹਨਾਂ ਨਾਲ ਗੱਲ ਕੀਤੀ ਤੇ ਭਾਈ ਸਾਹਿਬ ਨੇ ਫਿਰ ਉਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ, ਪਹਿਲਾਂ ਤਾਂ ਉਹਨਾਂ ਨੂੰ ਪੰਜਾਬੀ ਸਿਖਾਈ ਜੀ, ਫਿਰ ਸਾਰਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਪੜ੍ਹਾਇਆ। ਜੀ, ਬਹੁਤ ਵੱਡੀ ਗੱਲ ਸੀ। ਹਾਂਜੀ ਜੀ। ਇਹ 1883 ਚ ਮੁਲਾਕਾਤ ਹੋਈ ਉਹਨਾਂ ਦੀ ਪਹਿਲੀ। ਜੀ। ਉਸ ਤੋਂ ਬਾਅਦ ਫਿਰ 1893 ਚ ਮੁਖਾਲਿਫ ਸਾਹਿਬ ਨੇ ਆਪਣੀ ਨੌਕਰੀ ਛੱਡਤੀ ਜੀ, ਕਿਉਂਕਿ ਜੇ ਨੌਕਰੀ 'ਚ ਰਹਿੰਦੇ ਹੋਏ ਟਾਈਮ ਘੱਟ ਮਿਲਦਾ ਸੀ। ਜੀ। ਉਹਨਾਂ ਨੇ ਫਿਰ ਨੌਕਰੀ ਛੱਡ ਕੇ ਉਹ ਸਾਰਾ ਜਿਹੜਾ ਸੀਗਾ ਆਪਣਾ ਕੰਮ, ਧਿਆਨ ਉਹ ਮੁਖਾਲਿਫ ਸਾਹਿਬ ਨਾਲ ਕੰਮ ਸ਼ੁਰੂ ਕੀਤਾ। ਜੀ ਜੀ। ਇਹ ਫਿਰ ਮੁਖਾਲਿਫ ਸਾਹਿਬ ਨੇ ਇੱਕ ਕਿਤਾਬ ਲਿਖੀ ਦ ਸਿੱਖ ਰਿਲੀਜਨ। ਜੀ। ਉਹ 6 ਵੋਲਿਊਮਸ 'ਚ ਸੀ ਜਦੋਂ ਛਪੀ। ਜੀ ਜੀ। ਇਹ 1909 ਵਿੱਚ ਛਪੀ ਜਾ ਕੇ। ਠੀਕ ਹੈ ਜੀ। ਤੇ ਮੁਖਾਲਿਫ ਸਾਹਿਬ ਦੀ ਫਿਰ ਡੈਥ 1913 ਚ ਹੋ ਗਈ ਉੱਥੇ ਵਿਲਾਇਤ ਹੈ, ਫਿਰ ਉਹ ਵਿਲਾਇਤ ਚਲੇ ਗਏ ਸੀ। ਜੀ ਜੀ। ਸੋ ਉਹਦਾ ਜਿੰਨਾ ਵੀ ਰਾਈਟ ਸੀਗੇ ਉਹ ਕਿਤਾਬ ਦੇ, ਜੀ, ਉਹ ਭਾਈ ਸਾਹਿਬ ਨੂੰ ਛੱਡ ਗਏ ਸੀ। ਜੀ। ਤੇ ਇੱਕ ਉਹਨਾਂ ਦਾ ਮਕਾਨ ਸੀ ਵਿਲਾਇਤ ਵਿੱਚ ਜਿਹੜਾ ਉਹਨਾਂ ਨੇ ਭਾਈ ਸਾਹਿਬ ਨੂੰ ਦੇਣਾ ਚਾਹਿਆ, ਜੀ, ਪਰ ਕਿਉਂ ਉਹ ਬੈਚਲਰ ਸੀਗੇ, ਉਹਨਾਂ ਦੀ ਸ਼ਾਦੀ ਨਹੀਂ ਸੀ ਹੋਈ ਵੀ ਮੁਖਾਲਿਫ ਸਾਹਿਬ ਦੀ। ਜੀ ਜੀ। ਪਰ ਉਹ ਭਾਈ ਸਾਹਿਬ ਨੇ ਜੀ ਤਰੀਕੇ ਸਿਰ ਲੈਣ ਤੋਂ ਇਨਕਾਰ ਕਰ ਦਿੱਤਾ। ਜੀ ਜੀ। ਤੇ ਸੋ ਬੜੀ ਇਹਨਾਂ ਦੀ ਆਪਸ 'ਚ ਇੱਕ ਦੂਜੇ ਦੀ ਇੱਜ਼ਤ ਕਰਦੇ ਸੀ। ਜੀ ਜੀ। ਸੋ ਇਹ ਸੀ ਇਹਨਾਂ ਦੀ ਐਸੋਸੀਏਸ਼ਨ ਮੁਖਾਲਿਫ ਸਾਹਿਬ ਨਾਲ। ਜਿਵੇਂ ਆਪਾਂ ਮਹਾਨ ਕੋਸ਼ ਦੇ ਨਾਲ ਨਾਲ ਗੁਰਮਤਿ ਮਾਰਤੰਡ ਵੀ ਉਹਨਾਂ ਨੇ ਕੌਮ ਦੀ ਝੋਲੀ ਦੇ ਵਿੱਚ ਪਾਇਆ, ਦੇਖੋ ਇਹ ਕਿੱਡੀ ਵੱਡੀ ਦੇਣ ਹੈ ਨਾ ਜੀ। ਹਾਂਜੀ, ਗੁਰਮਤਿ ਮਾਰਤੰਡ ਹੈ ਜਿਹੜਾ ਉਹ 2 ਵੋਲਿਊਮਸ ਹੈ ਜੀ। ਜੀ। ਜਿੰਨੀ ਆਪਣੀ ਸਿੱਖ ਧਰਮ ਦੀ, ਸਿੱਖ ਦੀ ਮਰਿਆਦਾ ਹੈ ਜੀ, ਉਹ ਗੁਰਮਤਿ ਮਾਰਤੰਡ 'ਚ ਆਉਂਦੀ ਹੈ। ਜੀ ਜੀ। ਸੋ ਇਹ ਭਾਈ ਸਾਹਿਬ ਨੇ ਆਪਦੀ ਲਾਈਫ ਟਾਈਮ 'ਚ, ਉਹਨਾਂ ਦੀ ਡੈਥ 1938 'ਚ ਹੋਈ ਸੀ। ਜੀ ਜੀ। ਉਹਨਾਂ ਨੇ ਆਪਦੇ ਲਾਈਫ ਟਾਈਮ 'ਚ ਇਹ ਕੰਪਲੀਟ ਕਰਤਾ ਸੀ, ਜੀ, ਪਰ ਉਹ ਛਪਵਾ ਨਾ ਸਕੇ। ਜੀ। ਫਿਰ ਆ ਕੇ 1960 'ਚ SGPC ਨੇ ਇਸ ਨੂੰ ਗੁਰਮਤਿ ਮਾਰਤੰਡ ਨੂੰ ਛਾਪਿਆ। ਜੀ ਜੀ। ਤੇ ਉਹਦੇ ਵਿੱਚ ਤਕਰੀਬਨ 30-31 ਸਕ੍ਰਿਪਚਰਸ ਕੋਟਡ ਨੇ, ਜੀ, ਜਿੱਥੋਂ ਉਹਨਾਂ ਨੇ ਸਾਰੀ ਮਰਿਆਦਾ ਕੱਢੀ ਹੈ। ਜੀ। ਇਹ ਨਹੀਂ ਵੀ ਉਹਨਾਂ ਨੇ
ਕੁਛ ਆਪਦੇ ਵੱਲੋਂ ਪਾਤਾ। ਜੀ ਜੀ ਇਹ ਤਾਂ ਜੋ ਕੁਛ ਆਪਣੇ ਸਿੱਖ ਧਰਮ ਦੀਆਂ ਲਿਖਤਾਂ ਵਿੱਚ ਹੈ ਜੀ ਉਹ ਉਹਨਾਂ ਨੇ ਉੱਥੋਂ ਕੱਢ ਕੇ ਜੀ ਉਹਦੇ ਵਿੱਚ ਪਾਇਆ ਵੀ ਆ ਆਪਣੀ ਮਰਿਆਦਾ ਹੈ ਤੇ ਇਹਨੂੰ ਆਪਾਂ ਨੂੰ ਐਂ ਕਰਨਾ ਚਾਹੀਦਾ ਜੀ। ਵੀਰ ਜੀ, ਅਖੀਰ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਬਹੁਤ ਘੱਟ ਪਤਾ ਹੋਏਗਾ ਕਿ ਉਹਨਾਂ ਦਾ ਆਖਰੀ ਸਮਾਂ ਕਿੱਥੇ ਬੀਤਿਆ ਤੇ ਕਿਵੇਂ ਬੀਤਿਆ, ਉਹਨਾਂ ਦੀ ਡੈਥ ਕਿੱਦਾਂ ਹੁੰਦੀ ਹੈ। ਇਹ ਸਾਰੇ ਜਿਹੜੇ ਘਟਨਾਕ੍ਰਮ ਬਾਰੇ ਵਿਚਾਰਨਾ ਪਾਓ। ਭਾਈ ਸਾਹਿਬ ਨੇ ਤਾਂ ਜੀ ਅਖੀਰਲੇ ਮਰਦੇ ਦਮ ਥਾਈ ਜੀ ਆਪਣਾ ਕੰਮ ਜਾਰੀ ਰੱਖਿਆ ਜੀ, ਲਿਖਦੇ ਰਹੇ ਜੀ। ਤੁਹਾਨੂੰ ਮੈਂ 2-3 ਮਿਸਾਲਾਂ ਦਿੰਨਾ। ਇੱਕ ਤਾਂ ਇਹ ਹੈ ਕਿ ਇਹਨਾਂ ਨੇ ਸਟੀਕ ਲਿਖੀ ਜੀ ਚੰਡੀ ਦੀ ਵਾਰ ਦੀ, ਜੀ ਜਿਹੜੇ ਸਤਿਗੁਰ ਪ੍ਰਤਾਪ ਸਿੰਘ ਸੀਗੇ ਭੈਣੀ ਸਾਹਿਬ ਵਾਲੇ, ਜੀ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਚੰਡੀ ਦੀ ਵਾਰ ਦੀ ਸਟੀਕ ਸਾਨੂੰ ਲਿਖ ਕੇ ਦਿਓ। ਜੀ ਜੀ ਉਹ ਫਿਰ ਇਹਨਾਂ ਨੇ ਲਿਖੀ। ਜੀ ਉਹ ਅੱਜ ਵੀ ਉਹ ਭੈਣੀ ਸਾਹਿਬ ਛਾਪਦੇ ਨੇ। ਜੀ ਇੱਥੇ ਵੈਸੇ ਹੁਣ ਆਪਣੇ ਦੂਜੀਆਂ ਦੁਕਾਨਾਂ ਤੇ ਵੀ ਮਿਲਦੀ ਹੈ। ਜੀ। ਦੂਜਾ ਫਿਰ ਮੈਂ ਤੁਹਾਨੂੰ ਦੱਸਿਆ ਗੁਰਮਤਿ ਮਾਰਤੰਡ ਅਖੀਰ ਤੱਕ ਇਹ ਕੰਪਾਈਲ ਕਰਦੇ ਰਹੇ ਜੀ, ਛਪ ਨਹੀਂ ਸਕਿਆ ਲੇਕਿਨ ਲਿਖਿਆ ਇਹਨਾਂ ਨੇ ਜੀ। ਉਸ ਤੋਂ ਇਲਾਵਾ ਜਿਹੜਾ ਮਹਾਨ ਕੋਸ਼ 1930 ਛਪਿਆ ਸੀ, ਜਿਹੜਾ ਮਹਾਰਾਜ ਭੁਪਿੰਦਰ ਸਿੰਘ ਜੀ ਨੇ ਛਾਪਿਆ ਸੀ ਜੀ, ਉਹਦੇ ਵਿੱਚ ਕੁਝ ਪ੍ਰਿੰਟਿੰਗ ਮਿਸਟੇਕਸ ਆ ਗਈਆਂ। ਕੁਝ ਚੀਜ਼ਾਂ ਇਹ ਪਹਿਲਾਂ ਨਹੀਂ ਇਨਕਲੂਡ ਕਰ ਸਕੇ ਜੀ। ਉਹ ਇਹਨਾਂ ਨੇ ਫਿਰ 1930 ਤੋਂ ਲੈ ਕੇ 38 ਤੱਕ ਜੀ ਇਹ ਉਸ ਨੂੰ ਅਪਡੇਟ ਕਰਦੇ ਰਹੇ ਜੀ। ਸੋ ਉਹ ਮਹਾਨ ਕੋਸ਼ ਹੈ ਜਿਹੜਾ ਹੁਣ ਉਹ ਹੈਗਾ ਜਿਸ 'ਚ ਇਹਨਾਂ ਦੇ ਹੱਥੀਂ ਕਰੈਕਸ਼ਨਸ ਹੋਈਆਂ ਵੀ ਹੈ। ਜੀ ਜੀ। ਉਹ ਹੁਣ ਮਹਾਨ ਕੋਸ਼ ਵੀ ਛਪ ਰਿਹਾ ਹੈ ਜੀ। ਉਹ ਸਾਰੀਆਂ ਕਰੈਕਸ਼ਨਸ ਵਿੱਚ ਪਾ ਕੇ ਜੀ ਜੀ ਜੀ। ਪੰਜਾਬੀ ਯੂਨੀਵਰਸਿਟੀ ਵੀ ਛਾਪ ਰਹੀ ਹੈ ਜੀ। ਔਰ ਸੰਤ ਰਾੜੇ ਵਾਲੇ ਵੀ ਇਸ ਤੇ ਕੰਮ ਕਰ ਰਹੇ ਨੇ ਜੀ। ਉਹ ਵੀ ਇਸ ਦੀ ਛਪਾਈ ਕਰਨਗੇ ਜੀ। ਕੁਛ ਇਦਾਂ ਦੇ ਖਰੜੇ ਵੀ ਹੈਗੇ ਨੇ ਵੀ ਜਿਹੜੇ ਉਹਨਾਂ ਦੇ ਲਿਖੇ ਪਏ ਹੋਣ ਜਾਂ ਛਾਪਣ ਵਾਲੇ ਹੋਣ ਬਾਅਦ ਦੇ ਵਿੱਚ, ਜਾਂ ਉਹ ਸਾਰੇ ਛਪ ਚੁੱਕੇ ਨੇ ਜੀ? ਨਹੀਂ, ਉਹ ਸਭ ਛਪ ਚੁੱਕੇ ਨੇ ਜੀ। ਜਿੰਨੀਆਂ ਉਹਨਾਂ ਦੀਆਂ ਲਿਖਤਾਂ ਨੇ ਉਹ ਸਾਰੀਆਂ ਛਪਾ ਦਿੱਤੀਆਂ ਗਈਆਂ। ਸਭ ਛਪ ਚੁੱਕੇ ਨੇ ਜੀ। ਜੋ ਕੁਛ ਉਹਨਾਂ ਨੇ ਲਿਖਿਆ ਸੀ ਜੀ ਜੀ। ਕੋਈ ਐਸੀ ਚੀਜ਼ ਨਹੀਂ ਰਹੀ। ਜੀ ਜੀ। ਅਖੀਰ ਦੇ ਵਿੱਚ ਕੌਮ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਮੇਰਾ ਤਾਂ ਜੀ ਇੱਕੋ ਹੀ ਸੁਨੇਹਾ ਹੈ ਜੀ ਕਿ ਜਿਹੜੀ ਵਿੱਦਿਆ ਹੈ ਜੀ, ਉਸ ਦਾ ਕੋਈ ਮੁਕਾਬਲਾ ਨਹੀਂ। ਜੀ ਜੀ। ਔਰ ਜਿੰਨੀ ਬੰਦੇ ਦੀ ਡਿਵੈਲਪਮੈਂਟ ਹੈ, ਜਿਵੇਂ ਤੁਸੀਂ ਸ਼ੁਰੂ 'ਚ ਵੀ ਤਲਵਾਰ ਨਾਲ ਘੱਟ ਹੁੰਦੀ ਹੈ, ਜੀ ਇਹ ਤਾਂ ਕਲਮ ਨਾਲ ਹੀ ਹੁੰਦੀ ਹੈ। ਜੀ ਜੀ ਬਿਲਕੁਲ। ਇੱਕ ਇਨਸਾਈਕਲੋਪੀਡੀਆ ਹੈ ਆਪਣਾ, ਉਹ ਤੁਹਾਡੇ ਸਾਹਮਣੇ ਪਿਆ ਹੈ। ਜੀ। ਜੋ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ ਉਠਾਓ। ਜੀ। ਕੋਈ ਚੀਜ਼ ਜਿਹੜੀ ਤੁਸੀਂ ਜੀ ਦੇਖਣੀ ਚਾਹੁੰਦੇ ਹੋ, ਜੀ ਸਿੱਖਣੀ ਚਾਹੁੰਦੇ ਹੋ, ਜੀ। ਉਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ, ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਬੜੀ ਤੋਂ ਬੜੀ ਚੀਜ਼ ਤੱਕ। ਜੀ ਬਿਲਕੁਲ ਜੀ। ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਹਰ ਇਨਸਾਨ ਦੇ ਘਰੇ ਹੋਣਾ ਚਾਹੀਦਾ ਹੈ ਜੀ। ਔਰ ਇਸ ਨੂੰ ਤੁਸੀਂ ਰੈਗੂਲਰਲੀ ਕੰਸਲਟ ਕਰੋ, ਰੈਫਰ ਕਰੋ, ਤਾਂ ਕਿ ਕੋਈ ਵੀ ਤੁਹਾਨੂੰ ਸ਼ੱਕ ਹੈ, ਜੀ ਜੀ, ਕੋਈ ਚੀਜ਼ ਤੁਸੀਂ ਨਵੀਂ ਸਿੱਖਣੀ ਹੈ, ਜੀ। ਉਹ ਤੁਹਾਨੂੰ ਇਹਦੇ ਵਿੱਚੋਂ ਮਿਲ ਜਾਊਗੀ। ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਮੇਜਰ ਆਦਰਸ਼ਪਾਲ ਸਿੰਘ ਜੀ। ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਭਾਈ ਕਾਹਨ ਸਿੰਘ ਨਾਭਾ ਜੀ ਦੇ ਖਾਨਦਾਨ ਦੇ ਵਿੱਚੋਂ। ਇਹਨਾਂ ਨੇ ਬੜੀ ਪਿਆਰੀ ਸਾਨੂੰ ਗੱਲ ਸੁਨੇਹਾ ਵੀ ਦਿੱਤਾ ਹੈ ਨੌਜਵਾਨਾਂ ਨੂੰ ਵੀ ਜਿਹੜਾ ਹੈ ਉਹ ਚੰਗਾ ਪੜ੍ਹੋ, ਲਿਖਣ ਦੀ ਕੋਸ਼ਿਸ਼ ਕਰੋ, ਤਾਂ ਜੋ ਆਪਾਂ ਭਾਈ ਕਾਹਨ ਸਿੰਘ ਨਾਭਾ ਜੀ ਦੇ ਪਾਏ ਪੂਰਨਿਆਂ ਤੇ ਅੱਗੇ ਵੱਧ ਸਕੀਏ। ਦੇਖੋ, ਹਮ ਹਿੰਦੂ ਨਹੀਂ ਕਿਤਾਬ ਲਿਖ ਕੇ ਦੁਨੀਆ ਦੇ ਵਿੱਚ ਇਹ ਸਾਬਤ ਕਰ ਦੇਣਾ ਵੀ ਸਿੱਖ ਵਾਕਈ ਹਿੰਦੂ ਨਹੀਂ ਹੈ। ਗੁਰਮਤਿ ਸੁਧਾਖਰ, ਗੁਰਮਤਿ ਪ੍ਰਭਾਕਰ ਵਰਗੀਆਂ ਕਿਤਾਬਾਂ ਲਿਖ ਕੇ ਸਾਨੂੰ ਦੇ ਜਾਣੀਆਂ, ਇਹ ਇੱਕ ਬਹੁਤ ਵੱਡੀ ਗੱਲ ਹੈ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਵੀ ਉਹ ਇੱਕ ਆਮ ਜਿਹੜੇ ਸੀਗੇ ਜਾ ਕੇ ਉਹ ਮੌਲਵੀਆਂ ਦੇ ਕੋਲੇ, ਪੰਡਤਾਂ ਦੇ ਕੋਲੇ ਪੜ੍ਹਾਈ ਕਰਦੇ ਰਹੇ। ਤੇ ਮੈਂ ਤੇ ਹੈਰਾਨ ਹੋ ਗਿਆ ਵੀ ਇੱਕ ਮੌਲਵੀਆਂ ਪੰਡਤਾਂ ਦੇ ਕੋਲੇ ਜਾ ਕੇ ਪੜ੍ਹਾਈ ਕਰਨ ਵਾਲਾ ਬੱਚਾ ਇੱਕ ਦਿਨ ਹਾਈ ਕੋਰਟ ਦਾ ਜੱਜ ਵੀ ਬਣ ਜਾਏਗਾ ਅਤੇ ਰਾਜੇ ਵੀ ਆ ਕੇ ਉਹਦੇ ਅੱਗੇ ਝੁਕ ਜਾਣਗੇ ਤੇ ਇਹੋ ਜਿਹੀਆਂ ਲਿਖਤਾਂ ਲਿਖ ਕੇ ਸਾਡੇ ਸਾਹਮਣੇ ਦੇ ਜਾਏਗਾ, ਜਿਹੜੀ ਰਹਿੰਦੀ ਦੁਨੀਆ ਤੱਕ ਕੌਮ ਨੂੰ ਸੇਧ ਦਿੰਦੀਆਂ ਰਹਿਣਗੀਆਂ। ਇਹ ਇੱਕ ਬਹੁਤ ਵੱਡੀ ਗੱਲ ਹੈ। ਅਸੀਂ ਫੇਰ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।